ਅਜਰਾ ਦੀ ਕਿਤਾਬ ਪਹਿਲਾ ਅਧਿਆਇ ਪਹਿਲੇ ਵਚਨ ਤੋਂ। ਫਾਰਸ ਦੇ ਰਾਜੇ ਕੋਰਸ ਦੇ ਪਹਿਲੇ ਸਾਲ ਯਹੋਵਾ ਨੇ ਫਾਰਸ ਦੇ ਰਾਜਾ ਕੋਰਸ ਦਾ ਮਨ ਉਭਾਰਿਆ, ਤਾਂ ਜੋ ਯਹੋਵਾ ਦਾ ਜਿਹੜਾ ਵਚਨ ਯਿਰਮੀਆ ਦੇ ਮੂੰਹੋਂ ਨਿਕਲਿਆ ਸੀ ਅਤੇ ਆਪਣੇ ਪੂਰੇ ਰਾਜ ਦੇ ਵਿੱਚ ਉਹਦਾ ਪ੍ਰਚਾਰ ਕਰਵਾਇਆ, ਇਹ ਮੁਨਾਦੀ ਕਰਵਾਈ ਅਤੇ ਲਿਖਾ ਵੀ ਦਿੱਤਾ। ਫਾਰਸ ਦਾ ਰਾਜਾ ਕੋਰਸ ਇਉਂ ਫਰਮਾਉਂਦਾ ਹੈ, ਆਕਾਸ਼ ਦੇ ਪਰਮੇਸ਼ਰ ਯਹੋਵਾ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹੈ ਅਤੇ ਉਸਨੇ ਮੈਨੂੰ ਆਗਿਆ ਦਿੱਤੀ ਕਿ ਯਹੂਦਾ ਦੇ ਯਰੂਸ਼ਲਮ ਦੇ ਵਿੱਚ ਮੇਰਾ ਇੱਕ ਭਵਨ ਬਣਵਾਵੇ। ਉਹਦੀ ਸਾਰੀ ਪ੍ਰਜਾ ਦੇ ਲੋਕਾਂ ਦੇ ਵਿੱਚੋਂ ਤੁਹਾਡੇ ਵਿੱਚੋਂ ਜਿਹੜਾ ਕੋਈ ਤਿਆਰ ਹੈ, ਉਹਦਾ ਪਰਮੇਸ਼ਵਰ ਉਹਦੇ ਨਾਲ ਰਹੇਗਾ। ਉਹ ਯਹੂਦਾ ਦੇ ਯਰੂਸ਼ਲਮ ਦੇ ਵਿੱਚ ਜਾ ਕੇ ਯਹੋਵਾ ਪਰਮੇਸ਼ਵਰ ਉਸ ਦੇ ਲਈ ਭਵਨ ਬਣਵਾਏ। ਜਿਹੜਾ ਯਰੂਸ਼ਲਮ ਦੇ ਵਿੱਚ ਹੈ ਉਹੀ ਪਰਮੇਸ਼ਵਰ ਹੈ। ਇਹ ਪੜਿਆ ਹੋਇਆ ਵਚਨ ਦਾ ਹਿੱਸਾ ਤੁਹਾਨੂੰ ਹਲੇ ਸਮਝ ਨਹੀਂ ਆਏਗਾ, ਪਰ ਇਸ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਘਟੀਆਂ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ। ਅੱਜ ਜੋ ਮੈਂ ਦੱਸਣ ਜਾ ਰਿਹਾ ਹਾਂ, ਲਗਭਗ 2500 ਸਾਲ ਪਹਿਲਾਂ ਬੈਬੀਲੋਨ ਅਤੇ ਇਜ਼ਰਾਈਲ, ਇਹਨਾਂ ਦੋਨਾਂ ਦੇਸ਼ਾਂ ਵਿਚਾਲੇ ਜਿਹੜੀਆਂ ਘਟਨਾਵਾਂ ਘਟੀਆਂ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਜੇ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਹੀ ਜੋ ਵਿਸ਼ਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਤੁਹਾਨੂੰ ਸਮਝ ਆਵੇਗਾ। ਇਸ ਲਈ ਤੁਸੀਂ ਬੜੇ ਧਿਆਨ ਦੇ ਨਾਲ ਇਹਨਾਂ ਵਚਨਾਂ ਨੂੰ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰੋ। ਮੈਂ ਚਾਹੁੰਦਾ ਹਾਂ ਐਜ਼ਰਾ ਦੀ ਕਿਤਾਬ, ਇਸ ਨੂੰ ਤੁਸੀਂ ਪੜ੍ਹਿਆ ਹੈ ਜਾਂ ਨਹੀਂ ਮੈਂ ਨਹੀਂ ਜਾਣਦਾ। ਇਸ ਤੋਂ ਪਹਿਲਾਂ ਤੁਸੀਂ ਐਜ਼ਰਾ ਦੀ ਕਿਤਾਬ ਪੜ੍ਹੀ ਹੋਵੇਗੀ, ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਤੁਹਾਨੂੰ ਸਮਝ ਨਹੀਂ ਆਈ। ਤੁਹਾਨੂੰ ਸਮਝ ਆ ਸਕੇ ਮੈਂ ਇਹ ਵਚਨ ਤੁਹਾਨੂੰ ਸਮਝਾਵਾਂਗਾ। ਪਰਮੇਸ਼ਵਰ ਨੇ ਪਹਿਲਾਂ ਹੀ ਇਜ਼ਰਾਈਲੀਆਂ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਤੁਸੀਂ ਮੇਰੀ ਆਗਿਆ ਨੂੰ ਨਹੀਂ ਮੰਨੋਗੇ ਤਾਂ ਤੁਸੀਂ ਮੁਸ਼ਕਿਲਾਂ 'ਚ ਪੈ ਜਾਓਗੇ। ਤੁਸੀਂ ਜਿਨ੍ਹਾਂ ਲੋਕਾਂ ਤੋਂ ਡਰ ਰਹੇ ਹੋ ਉਹਨਾਂ ਲੋਕਾਂ ਦੇ ਹੀ ਗੁਲਾਮ ਹੋ ਜਾਓਗੇ। ਖਬਰਦਾਰ। ਪਰਮੇਸ਼ਵਰ ਨੇ ਚੇਤਾਵਨੀ ਦਿੱਤੀ, ਤਾਂ ਵੀ ਉਹਨਾਂ ਨੇ ਪਰਮੇਸ਼ਵਰ ਦੀ ਗੱਲ ਨੂੰ ਅਣਸੁਣਾ ਕੀਤਾ, ਆਪਣੀ ਮਨਮਰਜ਼ੀ ਅਨੁਸਾਰ ਚੱਲਦੇ ਰਹੇ। ਇਸ ਦੌਰਾਨ ਪਰਮੇਸ਼ਵਰ ਨੇ ਜੋ ਕਿਹਾ ਉਹੀ ਹੋਇਆ। ਜੋ ਪਰਮੇਸ਼ਵਰ ਕਹਿੰਦੇ ਹੈ ਉਹੀ ਹੁੰਦਾ ਹੈ। ਉਹ ਅੱਜ ਹੋਵੇ ਜਾਂ ਕੱਲ ਹੋਵੇ, ਕਦੇ ਵੀ ਹੋਵੇ, ਮੇਰਾ ਪਰਮੇਸ਼ਵਰ ਜੋ ਵੀ ਕਹੇਗਾ ਉਹੀ ਹੋਵੇਗਾ। ਇਹਦੇ 'ਚ ਕੋਈ ਵੀ ਸ਼ੱਕ ਨਹੀਂ ਆ। ਜਿਵੇਂ ਪਰਮੇਸ਼ਵਰ ਨੇ ਕਿਹਾ ਉਸੇ ਤਰ੍ਹਾਂ ਹੋਇਆ। ਬੈਬੀਲੋਨ ਤੇ ਰਾਜ ਕਰਨ ਵਾਲਾ ਨਬੂਕਦਨੇਜ਼ਰ ਰਾਜੇ ਨੇ ਆ ਕੇ ਅਚਾਨਕ ਇਜ਼ਰਾਈਲੀਆਂ ਦੇ ਉੱਤੇ ਹਮਲਾ ਕਰ ਦਿੱਤਾ। ਇਜ਼ਰਾਈਲੀ ਲੋਕ ਯਾਨੀ ਯਹੂਦੀਆਂ ਦੇ ਵਿੱਚੋਂ ਉਹ ਬਹੁਤ ਸਾਰੇ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਗਿਆ ਅਤੇ ਇਸ ਤਰ੍ਹਾਂ ਜਦੋਂ ਗੁਲਾਮ ਬਣਾ ਕੇ ਲੈ ਗਿਆ, ਦਾਨੀਅਲ, ਸਦਰਕ, ਮੇਸ਼ਕ, ਅਬੇਦਨਗੋ, ਇਹ ਸਾਰੇ ਹੀ ਬੈਬੀਲੋਨ ਦੇਸ਼ ਵਿੱਚ ਗੁਲਾਮ ਬਣਾ ਕੇ ਲਿਜਾਏ ਗਏ। ਨਬੂਕਦਨੇਜ਼ਰ ਰਾਜਾ ਜਾਂਦੇ ਜਾਂਦੇ ਇਸ ਤਰ੍ਹਾਂ ਨਹੀਂ ਚਲਾ ਗਿਆ। ਯਰੂਸ਼ਲਮ ਨਗਰ ਨੂੰ ਉਸਨੇ ਜਲਾ ਦਿੱਤਾ ਸੀ। ਇੰਨਾ ਹੀ ਨਹੀਂ, ਉਸਨੇ ਪਰਮੇਸ਼ਵਰ ਦੇ ਮੰਦਰ ਨੂੰ ਵੀ ਸਾੜ ਦਿੱਤਾ ਸੀ। ਇੰਨਾ ਹੀ ਨਹੀਂ, ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿਣ ਵਾਲੇ ਸਾਰੇ ਬਰਤਨਾਂ ਨੂੰ ਵੀ ਉਸਨੇ ਆਪਣੇ ਘਰੇ ਮੰਗਵਾ ਲਿਆ। ਉਸਨੇ ਆਪਣੇ ਦੇਸ਼ ਦੇ ਵਿੱਚ ਜਿੱਥੇ ਉਹਦੇ ਦੇਵੀ ਦੇਵਤੇ ਸੀ, ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਪਵਿੱਤਰ ਬਰਤਨਾਂ ਨੂੰ ਲਿਜਾ ਕੇ ਰੱਖ ਦਿੱਤਾ। ਪਿਆਰਿਓ, ਨਬੂਕਦਨੇਜ਼ਰ ਨੇ ਬੜੀ ਦੁਸ਼ਟਤਾ ਦਾ ਵਿਵਹਾਰ ਕੀਤਾ। ਇਹ ਸਭ ਦਾ ਕਾਰਨ ਕੀ ਸੀ? ਪਰਮੇਸ਼ਵਰ ਦੇ ਲੋਕਾਂ ਨੇ ਜਦੋਂ ਪਰਮੇਸ਼ਵਰ ਦੀ ਆਗਿਆ ਨਾ ਮੰਨੀ, ਜਦੋਂ ਪਰਮੇਸ਼ਵਰ ਦਾ ਵਿਰੋਧ ਕੀਤਾ ਅਤੇ ਇਹ ਮੁਸ਼ਕਿਲ ਉਹਨਾਂ ਨੇ ਆਪਣੇ ਹੱਥੀਂ ਮੁੱਲ ਲੈ ਲਈ। ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਜਾਣਾ ਪਿਆ, ਆਪਣੇ ਪਰਮੇਸ਼ਵਰ ਤੋਂ ਦੂਰ ਹੋਣਾ ਪਿਆ। ਸੁੱਖ, ਸ਼ਾਂਤੀ ਅਤੇ ਸਲਾਮਤੀ ਤੋਂ ਅਤੇ ਸਾਰੀਆਂ ਬਰਕਤਾਂ ਨੂੰ ਉਹਨਾਂ ਲੋਕਾਂ ਨੇ ਗਵਾ ਕੇ ਗੁਲਾਮ ਬਣ ਕੇ ਬੈਬੀਲੋਨ ਦੇਸ਼ ਦੇ ਵਿੱਚ ਲਿਜਾਏ ਗਏ। ਇਸ ਤਰ੍ਹਾਂ ਬੈਬੀਲੋਨ ਦੇਸ਼ ਦੇ ਵਿੱਚ ਇਹ ਸਾਰੇ ਲੋਕ ਗੁਲਾਮ ਬਣਾ ਕੇ ਜਦੋਂ ਲਿਜਾਏ ਗਏ, ਮੇਰੇ ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਯਾਦ ਕੀਤਾ ਕਿ ਮੇਰੇ ਲੋਕ ਦੁਸ਼ਮਣਾਂ ਦੇ ਹੱਥਾਂ 'ਚ ਗੁਲਾਮ ਬਣਾ ਕੇ ਨਾ ਰਵੇ। ਹੋ ਸਕਦਾ ਜੋ ਗੁਲਾਮੀ 'ਚ ਲੈ ਕੇ ਗਏ ਉਹਨਾਂ ਲੋਕਾਂ ਦੀ ਪ੍ਰਾਰਥਨਾ ਦਾ ਇਹ ਪ੍ਰਤੀਫਲ ਹੋਵੇ। ਪਰਮੇਸ਼ਵਰ ਨੇ ਤਰਸ ਕੀਤਾ। ਤਰਸ ਖਾ ਕੇ ਜਦੋਂ ਉਸ ਸਮੇਂ ਉਹ ਰਾਜ ਕਰ ਰਿਹਾ ਸੀ, ਖੁਸਰੂ ਨਾਮ ਦੇ ਰਾਜੇ ਨੂੰ ਉਸਨੇ ਕਿਹਾ, ਖੁਸਰੂ, ਤੈਨੂੰ ਰਾਜਾ ਬਣਾਉਣ ਵਾਲਾ ਮੈਂ ਬੋਲ ਰਿਹਾ ਹਾਂ। ਮੇਰੇ ਲੋਕਾਂ ਨੂੰ ਮੇਰੇ ਭਵਨ ਨੂੰ ਬਣਾਉਣ ਦੇ ਲਈ ਭੇਜ। ਗੁਲਾਮੀ 'ਚ ਰਹਿਣ ਵਾਲੇ ਮੇਰੇ ਬੱਚੇ, ਉਹਨਾਂ ਨੇ ਆਪਣੇ ਦੇਸ਼ 'ਚ ਵਾਪਸ ਜਾਣਾ ਹੈ।
ਸਿਰਫ ਜਾਣਾ ਹੀ ਨਹੀਂ, ਉਹਨਾਂ ਨੇ ਜਲਾਏ ਹੋਏ ਫਾਟਕਾਂ ਨੂੰ ਵੀ ਬਣਾਉਣਾ ਹੈ। ਇਸ ਲਈ ਉਹਨਾਂ ਨੂੰ ਭੇਜ, ਮੇਰੇ ਲੋਕਾਂ ਨੂੰ ਜਾਣ ਦੇ। ਇਹ ਗੱਲ ਕੌਣ ਕਹਿ ਰਿਹਾ ਹੈ? ਜਾਣਦੇ ਹੋ, ਸਾਰੀ ਦੁਨੀਆ ਤੇ ਰਾਜ ਕਰਨ ਵਾਲਾ ਪਰਮੇਸ਼ਵਰ। ਰਾਜ ਕਰਨ ਵਾਲਾ ਕੋਰਸ ਰਾਜਾ ਅਨਿਆ ਜਾਤੀ ਸੀ। ਉਸ ਨੂੰ ਆਗਿਆ ਦਿੱਤੀ। ਐਜਰਾ ਦੀ ਕਿਤਾਬ ਪਹਿਲਾ ਅਧਿਆਏ ਪਹਿਲੇ ਵਚਨ ਤੋਂ। ਮੈਂ ਪਹਿਲੇ ਵਚਨ ਤੋਂ ਪੜ੍ਹ ਰਿਹਾ ਹਾਂ, ਤੁਸੀਂ ਧਿਆਨ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਫਾਰਸ ਦੇ ਰਾਜਾ ਕੋਰਸ ਦੇ ਪਹਿਲੇ ਸਾਲ 'ਚ ਯਹੋਵਾ ਨੇ ਫਾਰਸ ਦੇ ਰਾਜਾ ਕੋਰਸ ਦਾ ਮਨ ਉਭਾਰਿਆ ਤਾਂ ਕਿ ਯਹੋਵਾ ਦਾ ਜਿਹੜਾ ਵਚਨ ਯਿਰਮੀਆ ਦੇ ਮੂੰਹ 'ਚੋਂ ਨਿਕਲਿਆ ਸੀ ਉਹ ਪੂਰਾ ਹੋ ਜਾਏ। ਇਸ ਲਈ ਉਸ ਨੇ ਆਪਣੇ ਪੂਰੇ ਰਾਜ ਦੇ ਵਿੱਚ ਇਹ ਪ੍ਰਚਾਰ ਕਰਵਾਇਆ ਅਤੇ ਇਹ ਲਿਖਵਾ ਵੀ ਦਿੱਤਾ ਕਿ ਫਾਰਸ ਦਾ ਰਾਜਾ ਕੋਰਸ ਐਉਂ ਫਰਮਾਉਂਦਾ ਹੈ, ਸਵਰਗ ਦੇ ਪਰਮੇਸ਼ਵਰ ਯਹੋਵਾ ਨੇ ਸਾਰੀ ਧਰਤੀ ਦਾ ਰਾਜ ਮੈਨੂੰ ਦਿੱਤਾ ਹੈ ਅਤੇ ਉਸ ਨੇ ਮੈਨੂੰ ਆਗਿਆ ਦਿੱਤੀ ਕਿ ਯਹੂਦਾ ਦੇ ਯਰੂਸ਼ਲਮ ਦੇ ਵਿੱਚ ਮੇਰਾ ਇੱਕ ਭਵਨ ਬਣਵਾਵੇ। ਕੋਰਸ ਆਪਣੇ ਦੇਸ਼ ਦੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਨ ਲੱਗਾ। ਕੀ ਪ੍ਰਚਾਰ ਕਰਵਾਇਆ? ਸਵਰਗ ਦਾ ਪਰਮੇਸ਼ਵਰ ਕੌਣ ਹੈ? ਯਹੋਵਾ। ਉਸ ਨੇ ਆਗਿਆ ਦਿੱਤੀ ਹੈ ਜਿਹੜੇ ਪਰਮੇਸ਼ਵਰ ਦੇ ਲੋਕ ਆ ਉਹ ਸਾਰੇ ਵਾਪਸ ਆਪਣੇ ਆਪਣੇ ਇਲਾਕਿਆਂ 'ਚ ਵਾਪਸ ਜਾਵੇ। ਯਹੋਵਾ ਦੇ ਭਵਨ ਨੂੰ ਫਿਰ ਤੋਂ ਬਣਾਉਣਾ ਹੈ। ਇਹ ਪਰਮੇਸ਼ਵਰ ਨੇ ਆਗਿਆ ਦਿੱਤੀ ਹੈ। ਇੱਕ ਅਨਿਆ ਜਾਤੀ ਕਹਿ ਰਿਹਾ ਹੈ ਕਿ ਮੈਨੂੰ ਪਰਮੇਸ਼ਵਰ ਨੇ ਕਿਹਾ ਹੈ, ਪਰਮੇਸ਼ਵਰ ਦੇ ਭਵਨ ਨੂੰ ਬਣਾਉਣ ਦੇ ਲਈ ਮੈਨੂੰ ਆਗਿਆ ਦਿੱਤੀ ਹੈ, ਮੈਨੂੰ ਕਿਹਾ ਹੈ। ਪਰਮੇਸ਼ਵਰ ਜੇ ਕਵੇ ਤਾਂ ਇਸ ਦੁਨੀਆ ਦਾ ਚਾਹੇ ਕੋਈ ਵੀ ਹੋਵੇ ਉਸ ਨੂੰ ਮੰਨਣੀ ਪਵੇਗੀ। ਰਾਜਾ ਕੋਰਸ ਉਸ ਸਮੇਂ ਜਿਹੜਾ ਧਰਤੀ ਦੇ ਕਈ ਇਲਾਕਿਆਂ ਦੇ ਉੱਪਰ ਰਾਜ ਕਰ ਰਿਹਾ ਸੀ, ਉਹ ਇਸ ਲਈ ਕਹਿ ਰਿਹਾ ਹੈ, ਯਹੋਵਾ ਨੇ ਧਰਤੀ ਦੇ ਕਈ ਮੈਨੂੰ ਦਿੱਤੇ ਹੈ, ਇਸ ਲਈ ਅੱਜ ਮੈਂ ਸਾਰੇ ਇਲਾਕਿਆਂ ਤੇ ਰਾਜੇ ਦੇ ਰੂਪ ਦੇ ਵਿੱਚ ਹਾਂ। ਲੇਕਿਨ ਸੁਣੋ, ਯਹੋਵਾ ਨੇ ਹੀ ਮੈਨੂੰ ਰਾਜ ਦਿੱਤਾ ਹੈ। ਇਸ ਤਰ੍ਹਾਂ ਕੋਰਸ ਵੀ ਮੰਨ ਗਿਆ ਹੈ ਰਾਜਿਆਂ ਤੇ ਰਾਜ ਕਰਨ ਵਾਲਾ ਰਾਜਾ ਹੈ। ਉਹਨਾਂ ਤੋਂ ਵੀ ਵੱਧ ਇਲਾਕਿਆਂ ਦੇ ਉੱਪਰ ਸਾਰੀ ਧਰਤੀ ਤੇ ਰਾਜ ਕਰਨ ਵਾਲਾ ਪ੍ਰਭੂ ਯਿਸੂ ਮਸੀਹ ਹੈ। ਉਹ ਰਾਜਿਆਂ ਦੇ ਰਾਜੇ ਨੇ ਜਦੋਂ ਕਿਹਾ ਤਾਂ ਕੋਰਸ ਰਾਜੇ ਨੇ ਸੁਣੀ, ਵਿਸ਼ਵਾਸ ਕੀਤਾ, ਆਗਿਆਕਾਰੀ ਬਣਿਆ। ਕੀ ਕਹਿ ਰਿਹਾ ਆਓ ਵੇਖਾਂਗੇ। ਉਹਦੀ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਤੁਹਾਡੇ ਵਿਚਕਾਰ ਜੋ ਕੋਈ ਵੀ ਹੈ ਉਹਦਾ ਪਰਮੇਸ਼ਵਰ ਉਹਦੇ ਨਾਲ ਰਵੇ। ਉਹ ਯਹੂਦਾ ਦੇ ਯਰੂਸ਼ਲਮ ਦੇ ਵਿੱਚ ਜਾ ਕੇ ਇਜ਼ਰਾਈਲ ਦੇ ਪਰਮੇਸ਼ਵਰ ਯਹੋਵਾ ਦਾ ਭਵਨ ਬਣਾਏ। ਜੋ ਯਰੂਸ਼ਲਮ ਦੇ ਵਿੱਚ ਹੈ ਉਹੀ ਪਰਮੇਸ਼ਵਰ ਹੈ। ਪ੍ਰਚਾਰ ਕਰਵਾਇਆ, ਜਿਹੜੇ ਯਹੋਵਾ ਤੇ ਵਿਸ਼ਵਾਸ ਕਰਦੇ ਆ ਉਹ ਜਾਓ, ਤੁਸੀਂ ਸਾਰੇ ਮਿਲ ਕੇ ਯਰੂਸ਼ਲਮ ਦੇ ਵਿੱਚ ਯਹੋਵਾ ਦੇ ਭਵਨ ਨੂੰ ਬਣਾਉਣਾ ਸ਼ੁਰੂ ਕਰੋ। ਇਹ ਪ੍ਰਚਾਰ ਕਰਵਾਇਆ। ਉਸ ਪ੍ਰਚਾਰ ਨੂੰ ਸੁਣ ਕੇ ਯਹੂਦੀ ਬਹੁਤ ਹੀ ਖੁਸ਼ ਹੋਏ ਹੋਣਗੇ। ਗੁਲਾਮ ਹੋ ਕੇ ਰਹਿਣ ਵਾਲੇ ਸਾਡੇ ਵਰਗੇ ਲੋਕਾਂ ਨੂੰ ਪਰਮੇਸ਼ਵਰ ਨੇ ਯਾਦ ਕੀਤਾ ਹੈ। ਉਹ ਫਿਰ ਤੋਂ ਸਾਨੂੰ ਆਪਣੇ ਦੇਸ਼ ਵਾਪਸ ਭੇਜ ਰਿਹਾ ਹੈ। ਕਿਉਂ ਪਰਮੇਸ਼ਵਰ ਲੈ ਕੇ ਜਾ ਰਿਹਾ ਹੈ? ਕਿਉਂ ਪਰਮੇਸ਼ਵਰ ਗੁਲਾਮੀ ਚੋਂ ਉਹਨਾਂ ਨੂੰ ਕੱਢ ਰਿਹਾ ਹੈ ਅਤੇ ਵਾਪਸ ਦੇਸ਼ ਭੇਜ ਰਿਹਾ ਹੈ? ਅਗਰ ਇਹ ਸਵਾਲ ਮਨ 'ਚ ਆਵੇ, ਪਰਮੇਸ਼ਵਰ ਨੇ ਉਹਨਾਂ ਨੂੰ ਗੁਲਾਮੀ ਚੋਂ ਕੱਢਿਆ, ਕਾਰਨ ਜਾਣਦੇ ਹੋ? ਤਾਂ ਕਿ ਉਹ ਪਰਮੇਸ਼ਵਰ ਦੀ ਮਹਿਮਾ ਕਰੇ ਅਤੇ ਉਹਦੇ ਭਵਨ ਨੂੰ ਬਣਾਏ ਅਤੇ ਲੋਕ ਉਹਦੀ ਹਜ਼ੂਰੀ ਵਿੱਚ ਜਾਵੇ। ਭੈਣੋ ਅਤੇ ਭਰਾਵੋ, ਕਿਸੇ ਸਮੇਂ ਤੁਸੀਂ ਪਾਪ ਦੇ ਗੁਲਾਮ ਸੀ, ਡਰੱਗਸ ਦੇ ਗੁਲਾਮ ਸੀ, ਸ਼ਰਾਬ ਦੇ ਗੁਲਾਮ ਸੀ, ਨਸ਼ੇ ਦੇ ਗੁਲਾਮ ਸੀ, ਗੰਦੀਆਂ ਫਿਲਮਾਂ ਦੇ ਗੁਲਾਮ ਸੀ, ਕਾਮ, ਕ੍ਰੋਧ ਅਤੇ ਸਰੀਰ ਦੀਆਂ ਗੰਦੀਆਂ ਇੱਛਾਵਾਂ ਦੇ ਤੁਸੀਂ ਅਧੀਨ ਸੀ। ਅਤੇ ਜਦੋਂ ਤੁਸੀਂ ਗੁਲਾਮ ਸੀ ਤਾਂ ਹਰ ਇੱਕ ਪਾਪ ਅਤੇ ਗੁਲਾਮੀ ਦੇ ਵਿੱਚ ਫਸ ਕੇ, ਅਧੀਨ ਹੋ ਕੇ, ਵਿਗੜੇ ਹੋਇਆਂ ਨੂੰ, ਬਰਬਾਦ ਹੋਇਆਂ ਨੂੰ ਸਾਨੂੰ ਪਰਮੇਸ਼ਵਰ ਨੇ ਕਿਉਂ ਛੁਡਾਇਆ? ਇਹਦਾ ਕਾਰਨ ਜਾਣਦੇ ਹੋ? ਤਾਂ ਕਿ ਉਹਦੀ ਮਹਿਮਾ ਕਰ ਸਕੀਏ, ਪ੍ਰਭੂ ਦੇ ਗਵਾਹ ਬਣ ਕੇ ਜੀਏ ਅਤੇ ਇੱਕ ਪਾਪੀ ਵਿਅਕਤੀ ਨੂੰ ਪਵਿੱਤਰ ਬਣਾਉਣ ਵਾਲਾ ਪਰਮੇਸ਼ਵਰ ਹੈ। ਇਹ ਤੁਸੀਂ ਸੰਸਾਰ ਨੂੰ ਦੱਸ ਸਕੋ। ਪਰਮੇਸ਼ਵਰ ਇਸ ਲਈ ਤੁਹਾਨੂੰ ਨਮਕ ਅਤੇ ਜੋਤੀ ਬਣਾ ਰਿਹਾ ਹੈ। ਬਾਈਬਲ ਦੱਸਦੀ ਹੈ, ਪਹਿਲਾ ਪਤਰਸ 2 ਅਧਿਆਇ ਉਹਦਾ 9ਵਾਂ ਵਚਨ, ਤੁਸੀਂ ਇੱਕ ਚੁਣਿਆ ਹੋਇਆ ਵੰਸ਼ ਅਤੇ ਰਾਜਪਦਦਾਰੀ, ਯਾਜਕਾਂ ਦਾ ਸਮਾਜ ਅਤੇ ਪਵਿੱਤਰ ਲੋਕ ਅਤੇ ਪਰਮੇਸ਼ਵਰ ਦੀ ਨਿਜ ਪ੍ਰਜਾ ਹੋ, ਇਸ ਲਈ ਕਿ ਜਿਸ ਨੇ ਤੁਹਾਨੂੰ ਹਨੇਰੇ ਦੇ ਵਿੱਚੋਂ ਆਪਣੀ ਮਹਾਨ ਜੋਤੀ ਦੇ ਵੱਲ ਬੁਲਾਇਆ ਹੈ, ਉਹਦੇ ਗੁਣਾਂ ਨੂੰ ਜ਼ਾਹਰ ਕਰੋ। ਇੱਕ ਸਮੇਂ ਤੁਸੀਂ ਪਾਪ ਦੇ ਗੁਲਾਮ ਸੀ ਅਤੇ ਪਾਪ ਅੰਧਕਾਰ ਨੂੰ ਦਰਸਾਉਂਦਾ ਹੈ। ਕਿਸੇ ਸਮੇਂ ਗੁਨਾਹਗਾਰ ਸੀ, ਅੱਜ ਤੁਸੀਂ ਜੋਤੀ ਦੇ ਅਧੀਨ ਹੋ। ਉਹਦੀ ਅਦਭੁਤ ਜੋਤੀ ਦੇ ਵਿੱਚ
ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ। ਕਿਉਂ ਬੁਲਾਇਆ ਹੈ ਜਾਣਦੇ ਹੋ? ਉਹਦੇ ਗੁਣਾਂ ਨੂੰ ਤੁਸੀਂ ਪ੍ਰਗਟ ਕਰ ਸਕੋ। ਭੈਣੋ ਅਤੇ ਭਰਾਵੋ, ਤੁਹਾਨੂੰ ਅਤੇ ਮੈਨੂੰ ਦੱਸਣਾ ਪਵੇਗਾ ਕਿ ਪਰਮੇਸ਼ਵਰ ਕਿੰਨਾ ਮਹਾਨ ਹੈ। ਉਹ ਕਿੰਨੀ ਦਇਆ ਕਰਨ ਵਾਲਾ ਹੈ। ਉਸਨੇ ਕਿੰਨੀ ਕੁਰਬਾਨੀ ਕੀਤੀ ਹੈ। ਕਿਸ ਤਰ੍ਹਾਂ ਇੱਕ ਪਾਪੀ ਇਨਸਾਨ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਹੈ। ਪਰਮੇਸ਼ਵਰ ਦੇ ਗੁਣਾਂ ਨੂੰ ਅਸੀਂ ਪ੍ਰਗਟ ਕਰਨਾ ਹੈ। ਮੈਂ ਹਮੇਸ਼ਾ ਦੱਸਦਾ ਰਹਿੰਦਾ ਹਾਂ, ਤੁਹਾਨੂੰ ਯਾਦ ਆ ਭਲਾ ਕਿ ਅਸੀਂ ਜੋ ਪਰਮੇਸ਼ਵਰ ਦੀ ਸੰਤਾਨ ਹਾਂ, ਉਹਦੇ ਗੁਣਾਂ ਨੂੰ ਆਪਣੇ ਜੀਵਨ ਤੋਂ ਪ੍ਰਗਟ ਕਰੀਏ। ਇਸ ਲਈ ਪਰਮੇਸ਼ਵਰ ਨੇ ਚੁਣਿਆ। ਗੁਣਵਾਨ ਪਰਮੇਸ਼ਵਰ ਦੇ ਗੁਣਾਂ ਨੂੰ ਲੱਖਾਂ ਲੋਕਾਂ ਤੱਕ ਪ੍ਰਗਟ ਕਰ ਸਕੀਏ। ਇਸ ਲਈ ਪਰਮੇਸ਼ਵਰ ਨੇ ਸਾਨੂੰ ਚੁਣਿਆ। ਤੁਹਾਡੇ ਵਿੱਚੋਂ ਕਿੰਨੇ ਲੋਕ ਵਿਸ਼ਵਾਸ ਕਰਦੇ ਆ ਕਿ ਸਾਡਾ ਪਰਮੇਸ਼ਵਰ ਗੁਣਵਾਨ ਪਰਮੇਸ਼ਵਰ ਹੈ? ਵਿਸ਼ਵਾਸ ਕਰਨ ਵਾਲੇ ਤਾਲੀ ਵਜਾਓ। ਗੁਣਵਾਨ ਪਰਮੇਸ਼ਵਰ ਦੇ ਗੁਣਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਅਤੇ ਮੈਨੂੰ ਹਨੇਰੇ ਚੋਂ ਬਾਹਰ ਕੱਢ ਕੇ, ਬੰਧਨਾਂ ਤੋਂ ਆਜ਼ਾਦ ਕਰਵਾ ਕੇ ਵਿਸ਼ਵਾਸੀ ਦੇ ਰੂਪ ਦੇ ਵਿੱਚ ਆਪਣੀ ਸੰਤਾਨ ਬਣਾ ਲਿਆ। ਅਸੀਂ ਕੌਣ ਹਾਂ? ਬਾਈਬਲ ਦੱਸਦੀ ਹੈ, ਜਿਸ ਨੇ ਤੁਹਾਨੂੰ ਬੁਲਾਇਆ ਹੈ ਉਹਦੇ ਗੁਣਾਂ ਨੂੰ ਪ੍ਰਗਟ ਕਰੋ, ਕਿਉਂਕਿ ਤੁਸੀਂ ਚੁਣਿਆ ਹੋਇਆ ਵੰਸ਼ ਅਤੇ ਰਾਜ ਪਦਧਾਰੀ, ਯਾਜਕਾਂ ਦਾ ਸਮਾਜ ਅਤੇ ਪਵਿੱਤਰ ਲੋਕ ਅਤੇ ਪਰਮੇਸ਼ਵਰ ਦੀ ਨਿਜ ਪ੍ਰਜਾ ਹੋ। ਤੁਸੀਂ ਅਤੇ ਮੈਂ ਕੌਣ ਹਾਂ? ਪਰਮੇਸ਼ਵਰ ਦੀ ਨਿਜ ਪ੍ਰਜਾ। ਅਸੀਂ ਕੀਮਤ ਦੇ ਕੇ ਖਰੀਦੇ ਗਏ ਹਾਂ। ਤੁਸੀਂ ਪਰਮੇਸ਼ਵਰ ਦੇ ਲੋਕ ਹੋ। ਯੂ ਆਰ ਗॉड्स ਪ੍ਰੋਪਰਟੀ। ਕਿੰਨੀ ਚੰਗੀ ਗੱਲ ਹੈ। I am God's property, you are God's property, we all are God's property। ਅਸੀਂ ਪਰਮੇਸ਼ਵਰ ਦੀ ਸੰਪत्ति ਹਾਂ, ਪਰਮੇਸ਼ਵਰ ਦੀ ਪ੍ਰਾਪਰਟੀ ਹਾਂ। ਇਹੀ ਗੱਲ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਹੀ ਸੀ, ਤੁਸੀਂ ਮੇਰੀ ਸੰਪत्ति ਹੋ। You are my property। ਤੁਸੀਂ ਮੇਰੀ ਸੰਪत्ति ਹੋ, ਤੁਸੀਂ ਮੇਰੀ ਨਿਜ ਪ੍ਰਜਾ ਹੋ, ਤੁਸੀਂ ਮੇਰਾ ਹਿੱਸਾ ਹੋ, ਤੁਸੀਂ ਮੇਰੇ ਲੋਕ ਹੋ। ਇਹ ਗੱਲ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਕਹੀ। ਪਰਮੇਸ਼ਵਰ ਦੀ ਸੰਤਾਨ ਹੋ ਕੇ ਜੀਣਾ ਸੀ, ਪਰਮੇਸ਼ਵਰ ਦੇ ਲੋਕ ਹੋ ਕੇ ਜੀਣਾ ਸੀ, ਪਰਮੇਸ਼ਵਰ ਦੇ ਗਵਾਹ ਬਣ ਕੇ ਜੀਣਾ ਸੀ ਉਸ ਸਮੇਂ ਦੇ ਇਜ਼ਰਾਈਲੀ ਲੋਕਾਂ ਨੇ। ਲੇਕਿਨ ਜਦੋਂ ਉਹਨਾਂ ਨੇ ਮਨਮਰਜ਼ੀ ਕੀਤੀ, ਉਸ ਤੋਂ ਬਾਅਦ ਬੈਬੀਲੋਨ ਦੇਸ਼ ਦੇ ਵਿੱਚ ਉਹ ਗੁਲਾਮ ਬਣਾ ਕੇ ਲਿਜਾਏ ਗਏ। ਪਤਾ ਨਹੀਂ ਕਿੰਨੇ ਹੰਝੂ ਬਹਾਏ ਅਤੇ ਪ੍ਰਾਰਥਨਾ ਕੀਤੀ। ਪਰਮੇਸ਼ਵਰ ਨੇ ਉਹਨਾਂ ਨੂੰ ਛੁਡਾਉਣ ਦੇ ਲਈ, ਛੁਟਕਾਰਾ ਦੇਣ ਦੇ ਲਈ ਕੋਰਸ ਨਾਲ ਜਦੋਂ ਗੱਲ ਕੀਤੀ ਤਾਂ ਉਸਨੇ ਕਿਹਾ, ਜਾਓ ਆਪਣੇ ਪਰਮੇਸ਼ਵਰ ਦੇ ਭਵਨ ਨੂੰ ਬਣਾਉਣ ਦੇ ਲਈ ਤੁਸੀਂ ਜਾਓ। ਇਸ ਤਰ੍ਹਾਂ ਕੋਰਸ ਨੇ ਜਦੋਂ ਯਹੂਦੀਆਂ ਵਿੱਚ ਪ੍ਰਚਾਰ ਕੀਤਾ, ਸਾਰੇ ਬਜ਼ੁਰਗ ਮਿਲ ਕੇ ਨਿਕਲ ਗਏ। ਚੌਥਾ ਵਚਨ, ਅਤੇ ਜਿਹੜਾ ਕਿਸੇ ਜਗ੍ਹਾ ਤੇ ਰਹਿ ਗਿਆ ਹੋਵੇ, ਉਹ ਜਿੱਥੇ ਰਹਿੰਦਾ ਹੋਵੇ ਉਸ ਜਗ੍ਹਾ ਦੇ ਮਨੁੱਖ ਸੋਨਾ ਚਾਂਦੀ ਅਤੇ ਪੈਸਾ ਦੇ ਕੇ ਉਹਦੀ ਮਦਦ ਕਰੇ। ਇਸ ਤੋਂ ਜ਼ਿਆਦਾ ਯਰੂਸ਼ਲਮ 'ਚ ਸਥਿਤ ਪਰਮੇਸ਼ਵਰ ਦੇ ਭਵਨ ਦੇ ਲਈ ਆਪਣੇ ਆਪਣੇ ਇੱਛਾ ਅਨੁਸਾਰ ਭੇਂਟ ਚੜਾਉਣ। ਪਰਮੇਸ਼ਵਰ ਦੀ ਆਗਿਆ ਮੰਨ ਕੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਹਾਡੇ ਵਿੱਚੋਂ ਜਿੰਨੇ ਯਹੂਦੀ ਆ, ਉਹ ਭਵਨ ਦੇ ਬਣਾਉਣ ਦੇ ਲਈ ਅਗਰ ਜਾ ਰਹੇ ਹੋ ਤਾਂ ਤੁਸੀਂ ਪੂਰੇ ਦਿਲ ਤੋਂ ਭੇਂਟਾਂ ਨੂੰ ਦਿਓ। ਪਰਮੇਸ਼ਵਰ ਦੇ ਭਵਨ ਨੂੰ ਬਣਾਉਣ ਦੇ ਲਈ ਤੁਸੀਂ ਜੋ ਦੇ ਸਕਦੇ ਹੋ ਉਹ ਦਿਓ। ਕੋਰਸ ਰਾਜੇ ਨੇ ਇਹ ਪ੍ਰਗਟ ਕੀਤਾ ਅਤੇ ਪ੍ਰਜਾ ਦੇ ਲੋਕਾਂ ਨੇ ਸੁਣਿਆ। ਉਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਉਹ ਯਹੋਵਾ ਨੂੰ ਨਹੀਂ ਮੰਨਦੇ, ਫਿਰ ਵੀ ਉਹਨਾਂ ਨੇ ਯਹੋਵਾ ਦੀ ਆਗਿਆ ਨੂੰ ਮੰਨ ਕੇ ਉਹਨਾਂ ਨੇ ਸਾਰੀਆਂ ਭੇਂਟਾਂ ਨੂੰ, ਦਾਨਾਂ ਨੂੰ ਦੇ ਕੇ ਭੇਜਿਆ। ਪਿਆਰਿਓ, ਇਸ ਤਰ੍ਹਾਂ ਰਾਜਾ ਕੋਰਸ ਦੇ ਸਮੇਂ ਵਿੱਚ ਜ਼ਿਆਦਾਤਰ ਗੁਲਾਮੀ ਦੇ ਵਿੱਚ ਰਹਿਣ ਵਾਲੇ ਯਹੂਦੀ ਲੋਕ ਉਸ ਗੁਲਾਮੀ ਤੋਂ ਛੁਟਕਾਰਾ ਪਾ ਕੇ ਯਰੂਸ਼ਲਮ ਦੇ ਵਿੱਚ ਆ ਕੇ ਭਵਨ ਨੂੰ ਫਿਰ ਤੋਂ ਬਣਾਉਣ ਦੀ ਉਹ ਕੋਸ਼ਿਸ਼ ਕਰਨ ਲੱਗੇ। ਇਸ ਤਰ੍ਹਾਂ ਉਸ ਨੂੰ ਬਣਾਉਂਦੇ ਸਮੇਂ ਵਿਰੋਧ ਹੋਇਆ, ਰੁਕਾਵਟਾਂ ਆਈਆਂ ਤੇ ਵਿੱਚ ਹੀ ਉਹ ਭਵਨ ਦਾ ਕੰਮ ਰੁਕ ਗਿਆ। ਚੌਥਾ ਅਧਿਆਏ 23ਵੇਂ ਵਚਨ ਤੋਂ ਜਦੋਂ ਰਾਜਾ ਅਰਥਸ਼ਸਤਰਾ ਦੀ ਇਹ ਚਿੱਠੀ ਰਹੂਮ ਅਤੇ ਸ਼ਿਮਸ਼ਈ ਮੰਤਰੀ ਅਤੇ ਉਹਦੇ ਸਾਥੀਆਂ ਨੂੰ ਪੜ੍ਹ ਕੇ ਸੁਣਾਈ ਗਈ ਤਾਂ ਉਹਨਾਂ ਨੇ ਛੇਤੀ ਨਾਲ ਯਹੂਦੀਆਂ ਦੇ ਕੋਲ ਯਰੂਸ਼ਲਮ ਦੇ ਵਿੱਚ ਗਏ ਅਤੇ ਜਬਰਨ ਉਹਨਾਂ ਨੂੰ ਰੋਕ ਦਿੱਤਾ। ਤਦ ਪਰਮੇਸ਼ਵਰ ਦੇ ਭਵਨ ਦਾ ਕੰਮ ਜੋ ਯਰੂਸ਼ਲਮ 'ਚ ਸੀ ਰੁਕ ਗਿਆ ਅਤੇ ਫਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਰੁਕਿਆ ਰਿਹਾ। ਕੰਮ ਰੁਕ ਗਿਆ। ਪਿਆਰਿਓ, ਪਰਮੇਸ਼ਵਰ ਨੇ ਕੋਰਸ ਨਾਲ ਗੱਲ ਕੀਤੀ ਅਤੇ ਕੋਰਸ ਨੇ ਲੋਕਾਂ ਨੂੰ ਕਿਹਾ, ਜਾਓ ਅਤੇ ਕਿਹਾ ਭਵਨ ਨੂੰ ਬਣਾਓ। ਅਤੇ ਬਹੁਤੇ ਲੋਕ ਆਗਿਆ ਨੂੰ ਮੰਨ ਕੇ ਯਰੂਸ਼ਲਮ ਦੇ ਵਿੱਚ ਉਹਨਾਂ ਨੇ ਭਵਨ ਦੇ ਕੰਮ ਦੇ ਵਿੱਚ ਹਿੱਸਾ ਲਿਆ। ਜਦੋਂ ਪਰਮੇਸ਼ਵਰ ਦੇ ਵਿਰੋਧੀ ਲੋਕਾਂ ਨੇ ਉਸ ਕੰਮ 'ਚ ਰੁਕਾਵਟ ਪਾਈ ਤਾਂ ਉਹ ਕੰਮ ਵਿਚਾਲੇ ਹੀ ਰੁਕ ਗਿਆ। ਉਸ ਦਿਨ ਰਾਜਾ ਦਾਰਾ
ਰਾਜ ਕਰ ਰਿਹਾ ਸੀ। ਪਰਮੇਸ਼ਵਰ ਨੇ ਦਾਰੇ ਰਾਜੇ ਨੂੰ ਕਿਹਾ, ਦਾਰਾ, ਮੇਰੇ ਭਵਨ ਦੇ ਬਣਾਉਣ ਦਾ ਕੰਮ ਰੁਕਣਾ ਨਹੀਂ ਚਾਹੀਦਾ। ਮੇਰੇ ਲੋਕ ਮੇਰੀ ਉਪਾਸਨਾ ਕਰ ਸਕੇ, ਭੇਂਟ ਚੜਾ ਸਕੇ। ਮੇਰੇ ਭਵਨ ਨੂੰ ਬਣਾਉਣ ਦਾ ਕੰਮ ਨਹੀਂ ਰੁਕਣਾ ਚਾਹੀਦਾ, ਤਾਂ ਕਿ ਲੋਕ ਭੇਟਾ ਦੇ ਸਕਣ। ਭੇਜ, ਭਵਨ ਨੂੰ ਬਣਾਉਣ ਦੇ ਲਈ ਲੋਕਾਂ ਨੂੰ ਭੇਜ ਦੇ। ਇਸ ਤਰ੍ਹਾਂ ਜਦੋਂ ਆਗਿਆ ਦਿੱਤੀ ਤਾਂ ਦਾਰਾ ਰਾਜਾ ਅੱਗੇ ਆਇਆ। ਪਿਆਰਿਓ, ਦਾਰੇ ਰਾਜੇ ਨੇ ਅੱਗੇ ਆ ਕੇ ਕੀ ਕੀਤਾ, ਆਓ ਵੇਖਦੇ ਹਾਂ। ਐਜਰਾ 6 ਅਧਿਆਇ 3 ਵਚਨ ਤੋਂ। ਰਾਜੇ ਕੋਰਸ ਦੇ ਪਹਿਲੇ ਸਾਲ ਦੇ ਵਿੱਚ ਉਸੇ ਰਾਜੇ ਕੋਰਸ ਨੇ ਇਹ ਆਗਿਆ ਦਿੱਤੀ ਕਿ ਪਰਮੇਸ਼ਵਰ ਦੇ ਭਵਨ ਦੇ ਬਾਰੇ, ਜਿਹੜਾ ਯਰੂਸ਼ਲਮ ਦੇ ਵਿੱਚ ਹੈ ਅਤੇ ਜਿੱਥੇ ਬਲੀਦਾਨ ਕੀਤੇ ਜਾਂਦੇ ਸੀ, ਉਹ ਬਣਾਇਆ ਜਾਵੇ ਅਤੇ ਉਹਦੀ ਨੀਂਹ ਮਜ਼ਬੂਤ ਕੀਤੀ ਜਾਵੇ। ਉਸ ਦੀ ਉਚਾਈ ਅਤੇ ਚੌੜਾਈ 60-60 ਹੱਥ ਦੀ ਹੋਵੇ। ਉਸ ਵਿੱਚ 3 ਰਦੇ ਭਾਰੇ ਪੱਥਰਾਂ ਦੇ ਹੋਣ ਅਤੇ ਲੱਕੜ ਵੀ ਹੋਵੇ, ਅਤੇ ਇਹਦਾ ਖਰਚਾ ਮਹਿਲ ਦੇ ਵਿੱਚੋਂ ਦਿੱਤਾ ਜਾਵੇ। ਪਰਮੇਸ਼ਵਰ ਦੇ ਭਵਨ ਦੇ ਭਾਂਡੇ ਜਿਹੜੇ ਸੋਨੇ ਅਤੇ ਚਾਂਦੀ ਦੇ ਸੀ, ਨਬੂਕਦਨੇਜ਼ਰ ਨੇ ਯਰੂਸ਼ਲਮ ਦੇ ਮੰਦਰ ਦੇ ਵਿੱਚੋਂ ਕਢਵਾ ਕੇ ਬੈਬੀਲੋਨ ਦੇ ਵਿੱਚ ਪਹੁੰਚਾ ਦਿੱਤੇ ਸੀ। ਉਹ ਵਾਪਸ ਲਿਆ ਕੇ ਯਰੂਸ਼ਲਮ ਦੇ ਮੰਦਰ ਦੇ ਵਿੱਚ ਉਸੇ ਹੀ ਜਗ੍ਹਾ ਤੇ ਰੱਖੇ ਜਾਣ, ਅਤੇ ਤੂੰ ਉਸ ਨੂੰ ਪਰਮੇਸ਼ਵਰ ਦੇ ਭਵਨ 'ਚ ਰੱਖ ਦੇਈਂ। ਦਾਰਾ, ਮੇਰੀ ਗੱਲ ਸੁਣ, ਮੇਰੇ ਭਵਨ ਦਾ ਕੰਮ ਨਹੀਂ ਰੁਕਣਾ ਚਾਹੀਦਾ, ਕੰਮ ਅੱਗੇ ਚਲਾਉਣਾ ਹੀ ਪਵੇਗਾ। ਬੈਬੀਲੋਨ 'ਚ ਲਿਜਾਏ ਗਏ ਸਾਰੇ ਪਵਿੱਤਰ ਭਾਂਡਿਆਂ ਨੂੰ ਵਾਪਸ ਜਿੱਥੋਂ ਲੈ ਗਿਆ ਸੀ, ਵਾਪਸ ਉੱਥੇ ਹੀ ਰਖਵਾਉਣੇ ਪੈਣਗੇ। ਪਰਮੇਸ਼ਵਰ ਕਿੰਨਾ ਮਹਾਨ ਹੈ, ਲੇਕਿਨ ਧਿਆਨ ਦਿਓ, ਸੰਸਾਰ ਦੇ ਵਿੱਚ ਲੋਕ ਚਾਹੇ ਕੁਝ ਵੀ ਕਰਦੇ ਹੋਣ, ਆਖਰ ਦੇ ਵਿੱਚ ਸੰਸਾਰ ਦੇ ਲੋਕਾਂ ਨੂੰ ਹੀ, ਸੰਸਾਰ ਦੇ ਸ੍ਰਿਸ਼ਟੀਕਰਤਾ ਪਰਮੇਸ਼ਵਰ ਦੇ ਅਧੀਨ ਹਰ ਇੱਕ ਇਨਸਾਨ ਨੂੰ ਹੋਣਾ ਹੀ ਪਵੇਗਾ। ਇਹਦੇ 'ਚ ਕੋਈ ਸ਼ੱਕ ਨਹੀਂ ਆ, ਕੋਈ ਵੀ ਸ਼ੱਕ ਨਹੀਂ ਆ। ਦਾਰਾ, ਜੋ ਮੈਂ ਕਿਹਾ ਹੈ ਉਸ ਨੂੰ ਕਰਨਾ ਪਿਆ ਪਿਆਰਿਓ, ਅਤੇ ਉਸਨੇ ਕੀਤਾ। ਫਿਰ ਕੀ ਹੋਇਆ? 15ਵਾਂ ਵਚਨ। ਇਸ ਤਰ੍ਹਾਂ ਉਹ ਭਵਨ ਰਾਜਾ ਦਾਰੇ ਦੇ ਸਮੇਂ 6ਵੇਂ ਸਾਲ ਦੇ ਵਿੱਚ ਆਦਾਰ ਮਹੀਨੇ ਦੇ 3ਜੇ ਦਿਨ ਬਣ ਕੇ ਪੂਰਾ ਹੋ ਗਿਆ। ਦਾਰਾ ਰਾਜਾ ਪਰਮੇਸ਼ਵਰ ਦੀ ਆਗਿਆ ਮੰਨ ਕੇ ਪਰਮੇਸ਼ਵਰ ਦੇ ਭਵਨ ਦੇ ਲਈ ਜਿਹੜੀਆਂ ਚੀਜ਼ਾਂ ਲੋੜ ਵਾਲੀਆਂ ਸੀ, ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ ਨੂੰ ਸਭ ਕੁਝ ਉਸਨੇ ਦੇ ਕੇ ਭਵਨ ਦੇ ਬਣਾਉਣ ਦੇ ਲਈ ਹਿੱਸਾ ਪਾਇਆ। ਭਵਨ ਬਣ ਗਿਆ। ਕੋਰਸ਼ ਨੂੰ ਪਰਮੇਸ਼ਵਰ ਨੇ ਕਿਹਾ, ਉਹਦੇ ਦੁਆਰਾ ਲੋਕ ਬਣਾਉਣ ਦੇ ਲਈ ਗਏ, ਜਿੰਨਾ ਉਹ ਬਣਾ ਸਕਦੇ ਸੀ ਉਹਨਾਂ ਨੇ ਬਣਾਇਆ। ਵਿਚਾਲੇ ਰੁਕਾਵਟ ਆਈ ਅਤੇ ਕੰਮ ਰੁਕ ਗਿਆ। ਪਰਮੇਸ਼ਵਰ ਨੇ ਫਿਰ ਤੋਂ ਉਸ ਸਮੇਂ ਰਾਜ ਕਰਨ ਵਾਲੇ ਰਾਜੇ ਦਾਰੇ ਦੇ ਨਾਲ ਗੱਲ ਕਰਕੇ ਕਿਹਾ, ਮੇਰੇ ਭਵਨ ਦਾ ਕੰਮ ਰੁਕਣਾ ਨਹੀਂ ਚਾਹੀਦਾ, ਇਸ ਨੂੰ ਪੂਰਾ ਕਰੋ। ਲੋੜੀਂਦੀਆਂ ਚੀਜ਼ਾਂ ਸੋਨੇ ਤੇ ਚਾਂਦੀ ਨੂੰ ਆਪਣੇ ਖਜ਼ਾਨੇ ਵਿੱਚੋਂ ਭਵਨ ਨੂੰ ਬਣਾਉਣ ਦੇ ਲਈ ਦੇ ਦਿਓ। ਦਾਰੇ ਨੇ ਪਰਮੇਸ਼ਵਰ ਦੀ ਆਗਿਆ ਅਨੁਸਾਰ ਕੀਤਾ। ਉਸ ਤੋਂ ਬਾਅਦ 6ਵੇਂ ਅਧਿਆਏ ਉਹਦੇ 15ਵੇਂ ਵਚਨ ਦੇ ਵਿੱਚ ਅਤੇ 7ਵੇਂ ਅਧਿਆਏ ਉਹਦੇ ਪਹਿਲੇ ਵਚਨ ਦੇ ਵਿੱਚ 80 ਸਾਲਾਂ ਦੇ ਸਮੇਂ ਦਾ ਫਰਕ ਸੀ। 80 ਇਅਰਸ। ਭਵਨ ਦਾ ਕੰਮ ਤਾਂ ਪੂਰਾ ਹੋ ਗਿਆ, ਲੇਕਿਨ ਉਸ ਭਵਨ ਦੇ ਵਿੱਚ ਇਸ 80 ਸਾਲ ਦੇ ਸਮੇਂ ਦੇ ਵਿੱਚ ਉੱਥੇ ਜਿਹੜੇ ਲੋਕ ਗਏ ਸੀ ਅਤੇ ਜਿਹੜੇ ਲੋਕ ਉੱਥੇ ਪਹੁੰਚੇ ਸੀ, ਬੀਤੇ 80 ਸਾਲਾਂ ਦੇ ਵਿੱਚ ਉਹਨਾਂ ਦੇ ਬਜ਼ੁਰਗ ਮਰ ਗਏ ਹੋਣਗੇ ਅਤੇ ਮਾਂ-ਬਾਪ ਵੀ ਮਰ ਗਏ ਹੋਣਗੇ। ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਗੁਲਾਮੀ ਵਿੱਚੋਂ ਕੱਢ ਕੇ ਅਤੇ ਉਹਨਾਂ ਤੇ ਤਰਸ ਖਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਯਰੂਸ਼ਲਮ ਪਹੁੰਚਾਇਆ। ਇਸ ਤਜਰਬੇ ਨਾਲ ਜਾਣਨ ਵਾਲਾ ਪਿਤਾ ਮਾਤਾਵਾਂ ਦੇ ਮੌਤ ਤੋਂ ਬਾਅਦ ਉੱਥੋਂ ਦੇ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਸੀ, ਕਿਸ ਤਰ੍ਹਾਂ ਪਰਮੇਸ਼ਵਰ ਦੀ ਆਰਾਧਨਾ ਕਰ ਰਹੇ ਆ, ਜਾਂ ਫਿਰ ਯਹੂਦੀ ਲੋਕ ਪਰਮੇਸ਼ਵਰ ਨੂੰ ਭੁੱਲ ਗਏ। ਅਤੇ ਉਸ ਤੋਂ ਬਾਅਦ ਕੀ ਹੋਇਆ, ਆਪਾਂ ਇਸ ਗੱਲ ਤੇ ਗੌਰ ਕਰਾਂਗੇ। 80 ਸਾਲਾਂ ਤੋਂ ਬਾਅਦ ਪਰਮੇਸ਼ਵਰ ਨੇ ਇੱਕ ਹੋਰ ਇਨਸਾਨ ਨੂੰ ਖੜਾ ਕੀਤਾ, ਉਹਦਾ ਨਾਮ ਐਜ਼ਰਾ ਸੀ। ਇਹ ਐਜ਼ਰਾ ਕੌਣ ਹੈ ਕਵਾਂਗੇ? ਮੂਸਾ ਦੀ ਵਿਵਸਥਾ ਦੇ ਬਾਰੇ ਬਹੁਤ ਹੀ ਗਿਆਨ ਰੱਖਣ ਵਾਲਾ ਸ਼ਾਸਤਰੀ ਸੀ। 7ਵਾਂ ਅਧਿਆਇ 6ਵਾਂ ਵਚਨ। ਇਹੀ ਐਜ਼ਰਾ ਮੂਸਾ ਦੀ ਵਿਵਸਥਾ ਦੇ ਬਾਰੇ ਜਿਹੜੀ ਇਜ਼ਰਾਈਲ ਦੇ ਪਰਮੇਸ਼ਵਰ ਯਹੋਵਾ ਨੇ ਦਿੱਤੀ ਸੀ, ਇੱਕ ਪਰਿਪੱਕ ਸ਼ਾਸਤਰੀ ਸੀ। ਪਿਆਰਿਓ, ਅਗਰ ਆਪਾਂ ਧਿਆਨ ਦੇ ਨਾਲ ਵੇਖੀਏ ਤਾਂ ਇਹ ਐਜ਼ਰਾ ਹਾਰੂਨ ਦੇ ਘਰਾਣੇ ਦੇ ਵਿੱਚੋਂ ਸੀ। ਹਾਰੂਨ ਦੇ ਪੁੱਤਰ ਪਿਨਹਾਸ ਦਾ ਉਹ ਪੁੱਤਰ ਸੀ, ਯਾਨੀ ਹਾਰੂਨ ਦਾ ਪਰਪੋਤਾ ਸੀ ਇਹ
अजरा शास्त्री 7वां अध्याय 4था वचन। मारायोत जरा दा, जरा उज्जी दा, उज्जी बुक्की दा, बुक्की अबीशू दा, अबीशू पिनहास दा, पिनहास एलियाजर दा ਅਤੇ एलियाजर हारून ਪ੍ਰਧਾਨ याजक ਦਾ ਪੁੱਤਰ ਸੀ। ਹਾरून ਦਾ ਪੁੱਤਰ ਸੀ। ਹਾरून ਦੇ ਘਰਾਣੇ ਵਿੱਚੋਂ ਸੀ ਇਹ ਅਜਰਾ। याजक ਸੀ, ਇੱਕ ਅਦਭੁਤ ਆਤਮਿਕ ਵਿਅਕਤੀ ਸੀ। ਪਰਮੇਸ਼ਵਰ ਨੇ ਐਜ਼ਰਾ ਨੂੰ ਕਿਹਾ, ਐਜ਼ਰਾ, ਮੇਰੇ ਲੋਕ ਜਿਹੜੇ ਗੁਲਾਮ ਹੈ, ਜਿਹੜੇ ਜੇਲ੍ਹ ਦੇ ਵਿੱਚ ਹੈ, ਉਹਨਾਂ ਨੂੰ ਤੂੰ ਮੇਰੇ ਭਵਨ ਨੂੰ ਸਵਾਰਨ ਦੇ ਲਈ ਲੈ ਕੇ ਜਾ। ਪਿਤਾ, ਅਸੀਂ ਗੁਲਾਮ ਹਾਂ, ਅਸੀਂ ਕੈਦੀ ਹਾਂ, ਅਸੀਂ ਬਹੁਤ ਸਾਲਾਂ ਤੋਂ ਇਸ ਜਗ੍ਹਾ ਤੇ ਫਸੇ ਹੋਏ ਹਾਂ। ਜੇ ਅਸੀਂ ਕਵਾਂਗੇ ਜਾਣਾ ਹੈ, ਰਾਜਾ ਜਾਣ ਨਹੀਂ ਦੇਵੇਗਾ। ਸਾਡੇ ਪਰਮੇਸ਼ਵਰ ਦੀ ਉਪਾਸਨਾ ਕਰਨ ਦੇ ਲਈ ਅਤੇ ਭਵਨ ਨੂੰ ਸਵਾਰਨ ਦੇ ਲਈ ਜੇ ਜਾਣ ਲਈ ਕਵਾਂਗੇ, ਜਾਣ ਨਹੀਂ ਦੇਵੇਗਾ। ਅਰਥਸ਼ਸਤਰਾ ਨਾਮ ਦਾ ਰਾਜਾ ਬੜੀ ਆਸਾਨੀ ਦੇ ਨਾਲ ਕਿ ਸਾਨੂੰ ਉੱਥੇ ਜਾਣ ਦੇਵੇਗਾ। ਇਸ ਤਰ੍ਹਾਂ ਦਾ ਵਿਚਾਰ ਐਜ਼ਰਾ ਦੇ ਮਨ 'ਚ ਜ਼ਰੂਰ ਆਇਆ ਹੋਵੇਗਾ। ਪਰਮੇਸ਼ਵਰ ਨੇ ਕੀ ਕੀਤਾ? 27ਵਾਂ ਅਤੇ 28ਵਾਂ ਵਚਨ। ਧੰਨ ਹੈ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਯਹੋਵਾ, ਜਿਸ ਨੇ ਐਸਾ ਵਿਚਾਰ ਰਾਜੇ ਦੇ ਮਨ ਦੇ ਵਿੱਚ ਪਾਇਆ ਹੈ ਕਿ ਯਰੂਸ਼ਲਮ ਦੇ ਵਿੱਚ ਬਣਾਏ ਹੋਏ ਯਹੋਵਾ ਦੇ ਭਵਨ ਨੂੰ ਸਵਾਰੇ ਅਤੇ ਮੇਰੇ ਤੇ ਰਾਜਾ ਅਤੇ ਉਹਦੇ ਮੰਤਰੀਆਂ ਅਤੇ ਰਾਜੇ ਦੇ ਸਾਰੇ ਵੱਡੇ ਵੱਡੇ ਹਾਕਮਾਂ ਨੂੰ ਦਇਆਲੂ ਬਣਾਇਆ। ਅਰਥਸ਼ਸਤਰਾ ਮੇਰਾ ਸੇਵਕ ਐਜ਼ਰਾ, ਐਜ਼ਰਾ ਦੇ ਨਾਲ ਰਹਿਣ ਵਾਲੇ ਵੱਡੇ ਵੱਡੇ ਹਾਕਮਾਂ ਨੂੰ ਅਤੇ ਮੰਤਰੀਆਂ ਨੂੰ ਮੇਰੇ ਭਵਨ ਨੂੰ ਸਵਾਰਨ ਦੇ ਲਈ ਭੇਜ ਦੇ। ਇਸ ਗੱਲ ਨੂੰ ਜਦੋਂ ਅਰਥਸ਼ਸਤਰਾ ਰਾਜੇ ਨੇ ਸੁਣਿਆ, ਪਿਤਾ ਜੇ ਤੁਸੀਂ ਕਹੋ ਤਾਂ ਕੌਣ ਮਨਾ ਕਰੇਗਾ? ਮੈਂ ਭੇਜਾਂਗਾ, ਖਾਲੀ ਹੱਥ ਨਹੀਂ ਭੇਜਾਂਗਾ ਪਿਤਾ। ਭਵਨ ਦੇ ਲਈ ਜ਼ਰੂਰੀ ਚੀਜ਼ਾਂ ਨੂੰ, ਸੋਨਾ ਚਾਂਦੀ ਅਤੇ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਦੇ ਕੇ ਮੈਂ ਭੇਜਾਂਗਾ ਪਿਤਾ। ਅਰਥਸ਼ਸਤਰਾ ਰਾਜਾ ਵੀ ਪਰਮੇਸ਼ਵਰ ਦੇ ਸਾਹਮਣੇ ਝੁਕ ਗਿਆ। ਉਸਨੇ ਪਰਮੇਸ਼ਵਰ ਦੀ ਆਗਿਆ ਮੰਨੀ। ਠੀਕ ਆ ਪਿਤਾ, ਮੈਂ ਭੇਜਾਂਗਾ। ਸੋ ਤੁਸੀਂ ਐਜ਼ਰਾ ਦੀ ਕਿਤਾਬ ਨੂੰ ਆਸਾਨੀ ਨਾਲ ਸਮਝ ਸਕੋ, ਮੈਂ ਦੱਸ ਰਿਹਾ ਹਾਂ, ਪਰਮੇਸ਼ਵਰ ਉਹਦੀ ਪ੍ਰਜਾ ਜਦੋਂ ਬੈਬੀਲੋਨ ਦੇ ਵਿੱਚ ਗੁਲਾਮ ਦੇ ਰੂਪ ਦੇ ਵਿੱਚ ਸੀ, 3 ਤਰੀਕਿਆਂ ਦੇ ਨਾਲ ਉਹਨਾਂ ਲੋਕਾਂ ਨੂੰ ਉਸ ਦੇਸ਼ ਚੋਂ ਕੱਢ ਕੇ ਅਤੇ ਉਸ ਦੇ ਭਵਨ ਨੂੰ ਬਣਾਉਣ ਦੇ ਲਈ, ਉਹਦੀ ਉਪਾਸਨਾ ਕਰਨ ਲਈ ਲੈ ਕੇ ਜਾਣ ਵਾਲੀ ਉਹ ਘਟਨਾ ਬਾਰੇ ਐਜ਼ਰਾ ਨੇ ਲਿਖਿਆ ਹੈ। ਸਭ ਤੋਂ ਪਹਿਲਾਂ ਕੋਰਸ ਦਾ ਸਮੇਂ ਸੀ। ਕੋਰਸ, ਮੇਰੇ ਭਵਨ ਨੂੰ ਬਣਾਉਣ ਦੇ ਲਈ ਮੇਰੇ ਲੋਕਾਂ ਨੂੰ ਭੇਜ। ਹਾਂ ਪਿਤਾ, ਜਦੋਂ ਕੰਮ ਰੁਕ ਗਿਆ, ਤਾਰਾ, ਭਵਨ ਦੇ ਬਣਾਉਣ ਦਾ ਕੰਮ ਰੁਕਣਾ ਨਹੀਂ ਚਾਹੀਦਾ। ਭਵਨ ਦੇ ਕੰਮ ਨੂੰ ਜਲਦੀ ਸ਼ੁਰੂ ਕਰਕੇ ਉਸ ਨੂੰ ਜਲਦੀ ਪੂਰਾ ਕਰ। ਦਾਰੇ ਨੇ ਕਿਹਾ, ਹਾਂ ਪਿਤਾ। ਅਰਥਸ਼ਸਤਰਾ ਮੇਰੇ ਭਵਨ ਨੂੰ ਬਣਾਉਣ ਦੇ ਲਈ ਐਜ਼ਰਾ ਨੂੰ, ਮੰਤਰੀਆਂ ਨੂੰ, ਅਧਿਕਾਰੀਆਂ ਨੂੰ ਭੇਜ ਦੇ। ਅਰਥਸ਼ਸਤਰਾ ਨਾਮ ਦਾ ਰਾਜਾ, ਠੀਕ ਆ ਪਿਤਾ, ਤੁਹਾਨੂੰ ਕੀ ਸਮਝ ਆ ਰਿਹਾ ਹੈ? ਰਾਜੇ ਬਹੁਤ ਸਾਰੇ ਦੇਸ਼ਾਂ ਤੇ ਰਾਜ ਕਰਦੇ ਆ, ਲੇਕਿਨ ਬਾਈਬਲ ਜਿਸ ਪਰਮੇਸ਼ਵਰ ਦੇ ਬਾਰੇ ਦੱਸਦੀ ਹੈ, ਉਹ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਪਰਮੇਸ਼ਵਰ ਹੈ। ਐਜ਼ਰਾ ਕਹਿ ਰਿਹਾ ਹੈ, ਪਰਮੇਸ਼ਵਰ ਦੇ ਭਵਨ ਨੂੰ ਸਵਾਰਨ ਦੇ ਲਈ ਪਰਮੇਸ਼ਵਰ ਨੇ ਰਾਜੇ ਅਤੇ ਮੰਤਰੀਆਂ ਦੇ ਮਨ ਨੂੰ ਉਭਾਰਿਆ। ਪਰਮੇਸ਼ਵਰ ਦੀ ਮਹਿਮਾ ਹੋ ਸਕੇ। ਮਹਾਨ ਪਵਿੱਤਰ ਪਰਮੇਸ਼ਵਰ ਬਹੁਤ ਹੀ ਸਿੱਧੇ ਅਤੇ ਸਪਸ਼ਟ, ਪਵਿੱਤਰ ਅਤੇ ਉੱਤਮ ਵਚਨ ਦੇ ਦੁਆਰਾ ਕਿਹਦੇ ਨਾਲ ਗੱਲ ਕੀਤੀ ਇਹ ਮੈਂ ਨਹੀਂ ਜਾਣਦਾ, ਲੇਕਿਨ ਤੁਸੀਂ ਗੱਲ ਕੀਤੀ ਹੈ। ਬੀਜਿਆ ਗਿਆ ਇਹ ਵਚਨ ਬਹੁਤ ਸਾਰੇ ਮਨਾਂ ਦੇ ਵਿੱਚ ਫਲ ਲਿਆ ਸਕੇ ਅਤੇ ਆਉਣ ਵਾਲੇ ਸਮੇਂ ਦੇ ਲਈ ਤੁਹਾਡੀ ਮਹਾਨ ਸੇਵਾ ਕਰਨ ਦੇ ਲਈ ਤੁਸੀਂ ਜਿਸ ਨੂੰ ਚੁਣਿਆ ਹੈ, ਉਹ ਸਾਰੇ ਤੁਹਾਡੀ ਸੇਵਕਾਈ ਕਰ ਸਕੇ ਅਤੇ ਤੁਹਾਡੇ ਸਾਰੇ ਰਾਜ ਨੂੰ ਫੈਲਾ ਸਕੇ, ਤੁਹਾਡੀ ਸੇਵਾ ਨੂੰ ਅਤੇ ਤੁਹਾਡੀ ਸਾਰੀ ਹੀ ਸੇਵਕਾਈ ਨੂੰ। ਮਿਹਨਤ ਕਰਨ ਵਾਲੇ ਹਰ ਇੱਕ ਜਨ ਨੂੰ ਤੁਸੀਂ ਤਿਆਰ ਕਰੋ, ਇਸਤੇਮਾਲ ਕਰੋ। ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, हैदराबाद 72।